ਸਾਹਿਬ ਜੀਓ। ਜਿਉਂ ਬੁਲਾਵੇ ਤਿਉਂ ਬੋਲੇ ਸੁਆਮੀ। ਕੁਦਰਤ ਕਵਣ ਹਮਾਰੀ। ਸਾਧ ਸੰਗ ਨਾਨਕ ਜਸ ਗਾਇਓ। ਜੋ ਪ੍ਰਭ ਕੀ ਅਤ ਪਿਆਰੀ। ਤੇਰੇ ਕਵਣ ਕਵਣ ਗੁਣ ਕਹਿ ਕਹਿ ਗਾਵਾਂ। ਤੂੰ ਸਾਹਿਬ ਗੁਣੀ ਨਿਧਾਨਾ। ਤੁਮਰੀ ਮਹਿਮਾ ਵਰਨ ਨਾ ਸਕੋ। ਤੂੰ ਠਾਕੁਰ ਊਚ ਭਗਵਾਨਾ। ਧੰਨ ਵਾਹਿਗੁਰੂ ਸਾਹਿਬ ਜੀਓ। ਗੌੜੀ ਮਹਿਲਾ ਪੰਜਵਾ। ਉਦਮ ਕਰਤ ਸ਼ੀਤਲ ਮਨ ਭਏ। ਮਾਰਗ ਚਲਤ ਸਗਲ ਦੁਖ ਗਏ। ਉਦਮ ਕਰਤ ਸ਼ੀਤਲ ਮਨ ਭਏ। ਮਾਰਗ ਚਲਤ ਸਗਲ ਦੁਖ ਗਏ। ਨਾਮ ਜਪਤ ਮਨ ਭਏ ਆਨੰਦ। ਰਸ ਗਾਏ ਗੁਣ ਪਰਮਾਨੰਦ। ਖੇਮ ਭਇਆ ਕੁਸ਼ਲ ਘਰ ਆਏ। ਭੇਟਤ ਸਾਧ ਸੰਗ ਗਈ ਬਲਾਏ। ਰਹਾਉ ਨੇਤਰ ਪੁਨੀਤ ਪੇਖਤ ਹੀ ਦਰਸ਼। ਧਨ ਮਸਤਕ ਚਰਨ ਕਮਲ ਹੀ ਪਰਸ। ਗੋਬਿੰਦ ਕੀ ਟਹਿਲ ਸਫਲ ਇਹ ਕਾਇਆ। ਸੰਤ ਪ੍ਰਸਾਦ ਪਰਮ ਪਦ ਪਾਇਆ। ਜਨ ਕੀ ਕੀਨੀ ਆਪ ਸਹਾਏ। ਸੁਖ ਪਾਇਆ ਲਗ ਦਸਹ ਪਾਏ। ਆਪ ਗਿਆ ਤਾਂ ਆਪੇ ਭਏ। ਕਿਰਪਾ ਨਿਧਾਨ ਕੀ ਸ਼ਰਨੀ ਪਏ। ਜੋ ਚਾਹਤ ਸੋਈ ਜਬ ਪਾਇਆ। ਤਬ ਢੂੰਡਣ ਕਹਾਂ ਕੋ ਜਾਇਆ। ਅਸਥਿਰ ਭਏ ਬਸੇ ਸੁਖ ਆਸਣ।
ਗੁਰ ਪ੍ਰਸਾਦ ਨਾਨਕ ਸੁਖ ਬਸਣ ਅਸਥਿਰ ਭਏ ਬਸੇ ਸੁਖ ਆਸਣ ਗੁਰ ਪ੍ਰਸਾਦ ਨਾਨਕ ਸੁਖ ਬਾਸਣ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨਯੋਗ ਚਬਰ ਛਤਰ ਤਖਤ ਦੇ ਮਾਲਕ ਗਰੀਬ ਨਵਾਜ ਸਤਿਗੁਰੂ ਸ਼੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀਆਂ ਦੀ ਪਵਿੱਤਰ ਹਜ਼ੂਰੀ ਵਿੱਚ ਜੁੜ ਬੈਠ ਅਤੇ ਦੇਸ਼ਾਂ ਵਿਦੇਸ਼ਾਂ ਦੇ ਅੰਦਰ ਆਪਣੇ ਘਰਾਂ ਦੇ ਵਿੱਚ ਬੈਠ ਕਰਕੇ ਫਤਿਹ ਟੀਵੀ ਦੇ ਮਾਧਿਅਮ ਦੇ ਰਾਹੀਂ ਪਾਵਨ ਅਸਥਾਨ ਗੁਰਦੁਆਰਾ ਸਾਹਿਬਜ਼ਾਦਾ ਬਾਬਾ ਜੋਰਾਵਰ ਸਿੰਘ ਬਾਬਾ ਫਤਿਹ ਸਿੰਘ ਜੀ ਫਤਿਹ ਨਗਰ ਨਵੀਂ ਦਿੱਲੀ ਤੋਂ ਸਿੱਧੇ ਪ੍ਰਸਾਰਨ ਦੇ ਰਾਹੀਂ ਪਾਵਨ ਬਾਣੀ ਦਾ ਕੀਰਤਨ ਸਰਵਨ ਕਰਕੇ ਵਡਭਾਗੇ ਬਣ ਰਹੇ ਗੁਰੂ ਸਵਾਰਿਓ, ਸਤਿਗੁਰਾਂ ਦੀ ਮਹਾਨ ਕਿਰਪਾਲਤਾ ਰਹਿਮਤ ਦੇ ਸਦਕਾ ਸਤਿਗੁਰਾਂ ਦੇ ਚਰਨਾਂ ਵਿੱਚ ਜੁੜਨ ਦਾ ਸੁਭਾਗਾ ਸਮਾਂ ਪ੍ਰਾਪਤ ਹੋਇਆ ਹੈ। ਆਓ ਸਾਧ ਸੰਗਤ ਜਿੱਥੇ ਆਪ ਜੀ ਬੜੇ ਹੀ ਪ੍ਰੇਮ ਸਹਿਤ ਪਾਵਨ ਬਾਣੀ ਆਸਾ ਕੀ ਵਾਰ ਦਾ ਕੀਰਤਨ ਸਰਵਨ ਕਰਕੇ ਆਪਣੇ ਜੀਵਨ ਦੀਆਂ ਅਮੋਲਕ ਘੜੀਆਂ ਨੂੰ ਸਫਲ ਬਣਾ ਰਹੇ ਸੀ, ਆਓ ਨਿਤਾ ਪ੍ਰਤੀ ਦੇ ਤਰ੍ਹਾਂ ਪਾਵਨ ਬਾਣੀ ਦੀ ਚੱਲ ਰਹੀ ਲੜੀਵਾਰ ਵਿਚਾਰ ਦੇ ਨਾਲ ਆਪਣੀਆਂ ਮਨ ਬਿਰਤੀਆਂ ਨੂੰ ਜੋੜਨ ਦਾ ਯਤਨ ਕਰੀਏ। ਕਰੋ ਕਿਰਪਾ ਸਮੁੱਚੀਆਂ ਸੰਗਤਾਂ, ਅਸੀਸ ਬਖਸ਼ਿਸ਼ ਕਰੋ। ਪਾਵਨ ਸ਼ਬਦ ਦੀ ਵਿਚਾਰ ਆਰੰਭਣ ਤੋਂ ਪਹਿਲਾਂ ਸਾਰੇ ਹੀ ਹਾਜ਼ਰੀ ਲਵਾਓ ਅਤੇ ਗੱਜ ਕੇ ਆਖੋ ਸਤਨਾਮ ਸ੍ਰੀ ਵਾਹਿਗੁਰੂ, ਸਤਨਾਮ ਸ੍ਰੀ ਵਾਹਿਗੁਰੂ। ਅੱਜ ਦਾ ਵਿਚਾਰ ਅਧੀਨ ਪਾਵਨ ਸ਼ਬਦ ਗੌੜੀ ਰਾਗ ਦੇ ਅੰਦਰ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਅੰਗ 201 ਅਤੇ 202 ਦੇ ਉੱਪਰ ਸੁਭਾਇਮਾਨ ਹੈ। ਪੰਜਵੇਂ ਪਾਤਸ਼ਾਹ ਗੁਰੂ ਅਰਜਨ ਸਾਹਿਬ ਜੀ ਮਹਾਰਾਜ ਸਤਿਗੁਰਾਂ ਦੀ ਮੁਬਾਰਕ ਰਸਨਾ ਤੋਂ ਉਚਾਰਨ ਕੀਤੇ ਹੋਏ ਪਾਵਨ ਬਚਨ ਗੌੜੀ ਮਹਿਲਾ ਪੰਜਵਾਂ। ਉਦਮ ਕਰਤ ਮਨ ਭਏ, ਮਾਰਗ ਚਲਤ ਸਗਲ ਦੁਖ ਗਏ, ਨਾਮ ਜਪਤ ਮਨ ਭਏ ਆਨੰਦ, ਰਸ ਗਾਏ ਗੁਣ ਪਰਮਾਨੰਦ। ਖੇਮ ਭਇਆ ਕੁਸ਼ਲ ਘਰ ਆਏ, ਭੇਟਤ ਸਾਧ ਸੰਗ ਗਈ ਬੁਲਾਏ। ਰਹਾਉ। ਇਸ ਪਾਵਨ ਸ਼ਬਦ ਦੇ ਅੰਦਰ ਸ਼ਹੀਦਾਂ ਦੇ ਸਰਤਾਜ ਪੰਚਮ ਪਾਤਸ਼ਾਹ ਗੁਰੂ ਅਰਜਨ ਸਾਹਿਬ ਜੀ ਮਹਾਰਾਜ ਬਖਸ਼ਿਸ਼ ਕਰਦੇ ਨੇ, ਹੇ ਭਾਈ ਗੁਰੂ ਕਿਰਪਾ ਸਦਕਾ ਜਦੋਂ ਸਾਧ ਸੰਗਤ ਵਿੱਚ ਜੁੜਨ ਦਾ ਉਦਮ ਉਪਰਾਲਾ ਕੀਤਾ, ਸਾਧ ਸੰਗਤ ਵਿੱਚ ਜੁੜ ਕਰਕੇ ਪ੍ਰਭੂ ਦੀ ਬੰਦਗੀ ਵਿੱਚ ਲੀਨ ਹੋਏ ਹਾਂ।
ਤੇ ਪ੍ਰਭੂ ਦੀ ਬੰਦਗੀ ਕਰਦਿਆਂ ਹੋਇਆਂ ਇਹ ਵਡਿਆਈ, ਇਹ ਮਾਣ ਮਿਲਿਆ ਹੈ ਕਿ ਸਾਡੀ ਜ਼ਿੰਦਗੀ ਦੇ ਅੰਦਰ ਕੇਵਲ ਸੁੱਖ ਹੀ ਸੁੱਖ ਹੈ। ਸਾਰੇ ਦੁੱਖ ਜਿਹੜੇ ਨੇ ਦੂਰ ਹੋ ਗਏ ਨੇ। ਇਹਦੇ ਨਾਲ ਸੰਗਤ ਦੀ ਐਸੀ ਵਡਿਆਈ, ਜਿਹੜੀ ਮਾਇਆ, ਜਿਹੜੀ ਹਉਮੈ ਇੱਕ ਬਲਾ ਬਣ ਕੇ ਚਿੰਬੜੀ ਹੋਈ ਸੀ, ਉਹ ਵੀ ਸਾਡਾ ਖਹਿੜਾ ਛੱਡ ਗਈ ਹੈ। ਸਾਧ ਸੰਗਤ ਦਾ ਐਸਾ ਪ੍ਰਤਾਪ, ਖੇਮ ਭਇਆ ਕੁਸ਼ਲ ਘਰ ਆਏ। ਖੇਮ ਕਹਿੰਦੇ ਸਾਧ ਸੰਗਤ ਖੁਸ਼ੀ ਨੂੰ, ਆਨੰਦ ਨੂੰ, ਖੇੜੇ ਨੂੰ ਕਹਿੰਦੇ ਖੁਸ਼ੀ, ਖੇੜਾ ਤੇ ਆਨੰਦ ਆ ਗਿਆ। ਸਾਡੇ ਜੀਵਨ ਦੇ ਅੰਦਰ ਦੁੱਖ ਨਹੀਂ ਰਹੇ, ਕੁਸ਼ਲ ਘਰ ਆਏ। ਭਾਵ ਹੁਣ ਅਸੀਂ ਸੁੱਖਾਂ ਦੇ ਘਰ ਵਿੱਚ ਆ ਗਏ ਆ। ਹੁਣ ਦੁੱਖਾਂ ਵਾਲੀ ਗੱਲ ਜਿਹੜੀ ਇਹ ਖਤਮ ਹੋ ਗਈ ਹੈ। ਭੇਟਤ ਸਾਧ ਸੰਗ ਗਈ ਬੁਲਾਏ। ਜਦੋਂ ਤੋਂ ਸਾਧ ਸੰਗਤ ਦੇ ਵਿੱਚ ਆਏ ਆ, ਗੁਰੂ ਦੀ ਮਿਹਰ ਦੇ ਨਾਲ ਗਈ ਬੁਲਾਏ। ਬਲਾ ਦਾ ਭਾਵ ਇੱਥੇ ਵੱਖ-ਵੱਖ ਵਿਦਵਾਨਾਂ ਨੇ ਅਰਥ ਕੀਤੇ ਨੇ। ਬਲਾ ਸ਼ਬਦ ਮਾਇਆ ਵਾਸਤੇ ਵੀ ਵਰਤਿਆ ਹੈ। ਬਹੁਤੇ ਵਿਦਵਾਨਾਂ ਨੇ ਬਲਾ ਦੇ ਅਰਥ ਕੀਤੇ ਨੇ ਹਉਮੈ ਨੂੰ। ਬਲਾ ਦਾ ਅਰਥ ਹੈ ਜਿਹੜੀ ਚੀਜ਼ ਕਿਸੇ ਨੂੰ ਚਿੰਬੜ ਜਾਵੇ ਤੇ ਬਹੁਤ ਜ਼ਿਆਦਾ ਖਤਰਨਾਕ ਹੋਵੇ, ਉਸ ਚੀਜ਼ ਨੂੰ ਬਲਾ ਕਿਹਾ ਜਾਂਦਾ ਹੈ। ਇਸੇ ਤਰ੍ਹਾਂ ਮਾਇਆ ਦਾ ਮੋਹ ਵੀ ਮਨੁੱਖ ਨੂੰ ਚਿੰਬੜਿਆ ਹੋਇਆ ਤੇ ਬਹੁਤ ਜ਼ਿਆਦਾ ਖਤਰਨਾਕ ਚੀਜ਼ ਹੈ। ਤੇ ਜੇ ਹਉਮੈ ਦੀ ਗੱਲ ਕਰੀਏ, ਹਉਮੈ ਵੀ ਇੱਕ ਬਲਾ ਬਣ ਕੇ ਮਨੁੱਖ ਨੂੰ ਚਿੰਬੜੀ ਹੋਈ ਹੈ। ਤੇ ਜਦੋਂ ਸਾਧ ਸੰਗਤ ਦੇ ਵਿੱਚ ਆਏ, ਕਹਿੰਦੇ ਹਉਮੈ ਦੀ ਬਲਾ ਜਿਹੜੀ ਸੀ ਟਲ ਗਈ, ਜਿਹੜੀ ਸਾਡਾ ਖਹਿੜਾ ਨਹੀਂ ਸੀ ਛੱਡ ਰਹੀ। ਇਹ ਬਲਾ ਤੋਂ ਵੀ ਸਾਡਾ ਖਹਿੜਾ ਛੁੱਟ ਗਿਆ ਜਦੋਂ ਦਾ ਅਸੀਂ ਇਹ ਉਦਮ ਕੀਤਾ ਹੈ ਸਤ ਸੰਗਤ ਦੇ ਵਿੱਚ ਆਉਣ ਦਾ। ਹੁਣ ਸ਼ਬਦ ਦੇ ਪਹਿਲੇ ਬੰਦ ਵਿੱਚ ਮਹਾਰਾਜ ਕਿਰਪਾ ਕਰ ਰਹੇ ਨੇ। ਉਦਮ ਕਰਤ ਸ਼ੀਤਲ ਮਨ ਭਏ, ਮਾਰਗ ਚਲਤ ਸਗਲ ਦੁੱਖ ਗਏ। ਕਹਿੰਦੇ ਜਦੋਂ ਉਦਮ ਕਰਕੇ ਸਾਧ ਸੰਗਤ ਦੇ ਵਿੱਚ ਆਏ ਤਾਂ ਸਾਡਾ ਮਨ ਜਿਹੜਾ ਸੀ ਸ਼ੀਤਲ ਹੋ ਗਿਆ, ਆਨੰਦ ਆਇਆ, ਜ਼ਿੰਦਗੀ ਦੇ ਅੰਦਰ ਸੁੱਖ ਆ ਗਿਆ। ਸਾਧ ਸੰਗਤ ਤੇ ਸੁੱਖ ਤਾਂ ਹੀ ਆਏਗਾ ਜੇ ਅਸੀਂ ਸਤ ਸੰਗਤ ਦੇ ਵਿੱਚ ਜੁੜਨ ਦਾ ਉਦਮ ਕਰਾਂਗੇ, ਉਪਰਾਲਾ ਕਰਾਂਗੇ। ਕਿਉਂਕਿ ਉਦਮ ਜਿਹੜਾ ਹੈ ਬਹੁਤ ਜ਼ਿਆਦਾ ਜ਼ਰੂਰੀ ਹੈ। ਕਿਸੇ ਵੀ ਕੰਮ ਦੇ ਵਿੱਚ ਸਫਲਤਾ ਹਾਸਲ ਕਰਨੀ ਹੈ ਤਾਂ ਮਨੁੱਖ ਦਾ ਉਦਮੀ ਹੋਣਾ ਬਹੁਤ ਜ਼ਿਆਦਾ ਜ਼ਰੂਰੀ ਹੈ। ਪਵਿੱਤਰ ਬਾਣੀ ਦੇ ਅੰਦਰ ਬੜੀਆਂ ਉਦਾਹਰਨਾਂ ਦੇ ਕੇ ਹਜ਼ੂਰ ਨੇ ਸਮਝਾਇਆ ਹੈ। ਮਹਾਰਾਜ ਕਹਿੰਦੇ ਨੇ, ਵੇਖੋ ਇੱਕ ਕਿਸਾਨ ਦੇ ਵੱਲ ਕਿੰਨਾ ਉਦਮੀ ਹੈ। ਅੰਮ੍ਰਿਤ ਵੇਲੇ ਜਾਗ ਪੈਂਦਾ ਹੈ, ਮਾਲ ਡੰਗਰ ਦੀ ਸਾਂਭ ਸੰਭਾਲ ਕਰਦਾ ਹੈ, ਫਿਰ ਖੇਤਾਂ ਦੇ ਵਿੱਚ ਜਾ ਕੇ ਹਲ ਜੋੜਿਆ ਹੈ, ਜ਼ਮੀਨ ਵਾਹੀ ਹੈ, ਬੀਜ ਪਾਇਆ ਹੈ, ਉਹਨੂੰ ਪਾਣੀ ਦੇ ਰਿਹਾ ਹੈ, ਉਹਦਾ ਬੜਾ ਧਿਆਨ ਰੱਖ ਕੇ ਸਾਰਾ ਕੰਮ ਕਰਦਾ ਹੈ। ਇਸ ਉਦਮ ਉਪਰਾਲੇ ਦੇ ਸਦਕਾ ਇੱਕ ਸਮਾਂ ਐਸਾ ਆਉਂਦਾ ਉਹਨੂੰ ਬਹੁਤ ਸਾਰਾ ਅੰਨ ਪ੍ਰਾਪਤ ਹੁੰਦਾ, ਧਨ ਪ੍ਰਾਪਤ ਹੁੰਦਾ ਹੈ। ਇਹ ਉਦਮ ਦੇ ਸਦਕਾ ਹੀ ਉਹਦੇ ਘਰ ਦੇ ਵਿੱਚ ਭੰਡਾਰ ਜਿਹੜੇ ਨੇ ਅੰਨ ਦੇ ਭਰ ਜਾਂਦੇ ਨੇ। ਤੇ ਮਹਾਰਾਜ ਨੇ ਆਖਿਆ, ਇੱਕ ਜ਼ਿਮੀਂਦਾਰ, ਇੱਕ ਕਿਸਾਨ ਉਦਮ ਕਰ ਰਿਹਾ ਹੈ, ਉਸ ਉਦਮ ਦੇ ਸਦਕਾ ਉਹਨੂੰ ਅੰਨ ਧਨ ਮਿਲਿਆ ਤੇ ਬੜਾ ਖੁਸ਼ ਹੈ ਕਿ ਮੇਰੇ ਪੁੱਤਰ ਧੀਆਂ ਇਹ ਪਦਾਰਥ ਛਕਣਗੇ। ਕਹਿੰਦੇ ਇਸੇ ਤਰ੍ਹਾਂ ਰੱਬ ਦੇ ਪਿਆਰੇ ਵੀ ਉਦਮੀ ਹੋਣੇ ਚਾਹੀਦੇ ਨੇ। ਉਹਨਾਂ ਦੀ ਜ਼ਿੰਦਗੀ ਵਿੱਚ ਵੀ ਆਲਸ ਨਹੀਂ ਹੋਣਾ ਚਾਹੀਦਾ ਤੇ ਰੱਬ ਦੇ ਪਿਆਰੇ ਵੀ ਉਦਮ ਕਰਕੇ ਪ੍ਰਭੂ ਦੀ ਬੰਦਗੀ ਵਿੱਚ ਜੁੜਦੇ ਨੇ। ਉਹ ਰਹਿਬਰ, ਉਹ ਮਾਲਕ, ਉਹ ਅਕਾਲ ਪੁਰਖ ਆਪ ਉਹਨਾਂ ਦੀ ਹਰ ਸਮੇਂ ਫਿਰ ਸਹਾਇਤਾ ਕਰਦਾ ਹੈ। ਕਿਰਸਾਨੀ ਕਿਰਸਾਨ ਕਰੇ,
ਲੋਚੈ ਜੀਉ ਲਾਏ। ਕਹਿਣ ਲੱਗੇ ਕਿਸਾਨ ਇਸ ਭਾਵਨਾ ਨਾਲ ਕੰਮ ਕਰ ਰਿਹਾ ਏ ਕਿ ਮੈਂ ਇਹ ਜਿਹੜਾ ਉਦਮ ਤੇ ਉਪਰਾਲਾ ਕਰਦਾ, ਇਹਦਾ ਫਾਇਦਾ ਮੇਰੇ ਬੱਚਿਆਂ ਨੂੰ ਹੋਏਗਾ। ਹਲ ਜੋਤੈ ਉਦਮ ਕਰੈ, ਮੇਰਾ ਪੁੱਤ ਧੀ ਖਾਏ। ਕਹਿੰਦਾ ਮੈਂ ਹਲ ਜੋੜੇ ਮਿਹਨਤ ਕੀਤੀ, ਇਹ ਫਸਲ ਹੋਵੇਗੀ ਤੇ ਮੇਰੇ ਧੀਆਂ ਪੁੱਤਰ ਖਾਣਗੇ। ਤਿਉ ਹਰ ਜਨ ਹਰ ਹਰ ਜਪ ਕਰੈ, ਹਰ ਅੰਤ ਛਡਾਏ। ਕਹਿੰਦੇ ਹਰੀ ਦਾ ਸੇਵਕ ਵੀ ਇਉਂ ਹੀ ਪ੍ਰਭੂ ਦੀ ਬੰਦਗੀ ਕਰਦਾ ਉਦਮ ਦੇ ਨਾਲ। ਤੇ ਜਿਸ ਸਮੇਂ ਉਹ ਕਿਸੇ ਮੋਹ ਮਾਇਆ ਵਿੱਚ ਫਸਣ ਲੱਗਦਾ, ਜਿੱਥੇ ਸਾਰੇ ਉਹਦਾ ਸਾਥ ਛੱਡ ਦਿੰਦੇ, ਕਹਿੰਦੇ ਅਕਾਲ ਪੁਰਖ ਆਪ ਉੱਥੇ ਸਹਾਈ ਹੁੰਦਾ ਹੈ। ਇਸ ਕਰਕੇ ਉਦਮ ਬਹੁਤ ਜ਼ਿਆਦਾ ਜ਼ਰੂਰੀ ਹੈ। ਤੇ ਮਹਾਰਾਜ ਕਹਿੰਦੇ ਉਦੋਂ ਸਾਹੈ ਕਿਆ ਨਿਸ਼ਾਨੀ, ਟੋਟ ਨਾ ਆਵੇ ਅੰਨੀ। ਕਹਿੰਦੇ ਜੇ ਮਾਇਆ ਵਾਸਤੇ ਕਿਸੇ ਨੇ ਉਦਮ ਕੀਤਾ ਤੇ ਉਦਮੀ ਬੰਦੇ ਦੇ ਘਰ ਮਾਇਆ ਦੀ ਧਨ ਦੀ ਕਮੀ ਨਹੀਂ ਹੋਏਗੀ। ਇਸੇ ਤਰ੍ਹਾਂ ਜੇ ਕਿਸੇ ਗੁਰਮੁਖ ਜਗਿਆਸੂ ਨੇ ਉਦਮ ਕੀਤਾ ਸੰਗਤ ਵਿੱਚ ਆਉਣ ਦਾ, ਉਦਮ ਕੀਤਾ ਪ੍ਰਭੂ ਦੀ ਬੰਦਗੀ ਲਈ, ਤਾਂ ਉਹਦੇ ਜੀਵਨ ਵਿੱਚ ਸੁੱਖਾਂ ਦੀ ਕੋਈ ਕਮੀ ਨਹੀਂ ਹੋਏਗੀ। ਉਹ ਆਤਮਿਕ ਆਨੰਦ ਪ੍ਰਾਪਤ ਕਰੇਗਾ। ਇਸ ਵਾਸਤੇ ਹਜ਼ੂਰ ਨੇ ਵਾਰ-ਵਾਰ ਬਾਣੀ ਦੇ ਵਿੱਚ ਸਾਨੂੰ ਉਦਮੀ ਹੋਣ ਵਾਸਤੇ ਪ੍ਰੇਰਨਾ ਦਿੱਤੀ ਹੈ। ਗੁਰੂ ਰਾਮਦਾਸ ਪਾਤਸ਼ਾਹ ਜੀ ਨੇ ਜਿਸ ਵੇਲੇ ਸਿੱਖ ਦੀ ਮਰਿਆਦਾ ਨਿਸ਼ਚਿਤ ਕੀਤੀ ਕਿ ਸਿੱਖ ਨੇ ਕਿਹੜੇ ਕਿਹੜੇ ਕਰਮ ਕਰਨੇ ਨੇ, ਉੱਥੇ ਉਦਮ ਦੀ ਗੱਲ ਮਹਾਰਾਜ ਨੇ ਕੀਤੀ ਹੈ। ਗੁਰ ਸਤਿਗੁਰ ਕਾ ਜੋ ਸਿੱਖ ਅਖਾਏ, ਸੋ ਭਲਕੇ ਉਠ ਹਰ ਨਾਮ ਧਿਆਵੈ। ਫਿਰ ਮਹਾਰਾਜ ਕਹਿੰਦੇ ਉਦਮ ਕਰੇ ਭਲਕੇ ਪ੍ਰਭਾਤੀ, ਇਸ਼ਨਾਨ ਕਰੇ ਅੰਮ੍ਰਿਤ ਸਰ ਨਹਾਵੇ। ਹੁਣ ਗੁਰਸਿੱਖ ਨੇ ਉਦਮੀ ਬਣਨਾ ਏ, ਤੇ ਉਦਮ ਕਰਨ ਵਾਲਾ ਮਨੁੱਖ ਜਿਹੜਾ ਏ ਉਹੀ ਅੰਮ੍ਰਿਤ ਵੇਲੇ ਜਾਗੇਗਾ। ਆਲਸੀ ਬੰਦਾ ਨਹੀਂ ਜਾਗ ਸਕਦਾ। ਉਦਮ ਕਰਨ ਵਾਲਾ ਅੰਮ੍ਰਿਤ ਵੇਲੇ ਜਾਗੇਗਾ, ਇਸ਼ਨਾਨ ਕਰੇਗਾ, ਸਤ ਸੰਗਤ ਦੇ ਵਿੱਚ ਆਏਗਾ, ਬਾਣੀ ਸੁਣ ਕੇ ਆਤਮਿਕ ਆਨੰਦ ਪ੍ਰਾਪਤ ਕਰੇਗਾ। ਪਰ ਆਲਸੀ ਬੰਦਾ ਇਹਨਾਂ ਬਖਸ਼ਿਸ਼ਾਂ ਤੋਂ ਵਾਂਝਾ ਰਹਿ ਜਾਂਦਾ ਹੈ। ਆਲਸੀ ਬੰਦਾ ਇਹ ਦਾਤਾਂ ਪ੍ਰਾਪਤ ਨਹੀਂ ਕਰ ਸਕਦਾ। ਤੇ ਆਲਸੀ ਦੀ ਜ਼ਿੰਦਗੀ ਦੇ ਅੰਦਰ ਆਲਸ ਹੈ, ਤੇ ਜਦੋਂ ਸਮਾਂ ਹੱਥੋਂ ਲੰਘ ਜਾਂਦਾ ਕੇਵਲ ਪਛਤਾਵਾ ਕਰਦਾ ਹੈ, ਕੇਵਲ ਪਛਤਾਵਾ। ਉਹਦੀ ਜ਼ਿੰਦਗੀ ਵਿੱਚ ਸੁੱਖ ਤੇ ਆਨੰਦ ਨਹੀਂ। ਆਲਸੀਆਂ ਦੇ ਬਾਰੇ ਇੱਕ ਬੜੀ ਪਿਆਰੀ ਗਾਥਾ ਹੈ। ਕਹਿੰਦੇ ਦੋ ਪਤੀ ਪਤਨੀ ਕਹਿੰਦੇ ਘਰ ਦੇ ਵਿੱਚ ਰਹਿੰਦੇ ਸਨ। ਕਹਿੰਦੇ ਇੰਨੇ ਜ਼ਿਆਦਾ ਆਲਸੀ ਸਨ, ਉਹਨਾਂ ਨੇ ਦੀਵਾ ਬੰਦ ਕਰਨ ਦੀ ਵੀ ਵਾਰੀ ਰੱਖੀ ਹੋਈ ਸੀ। ਕਹਿੰਦੇ ਇੱਕ ਦਿਨ ਪਤੀ ਆਪਣੀ ਪਤਨੀ ਨੂੰ ਕਹਿਣ ਲੱਗਾ ਕਿ ਉੱਠ ਕੇ ਦੀਵਾ ਬੁਝਾ। ਉਹ ਕਹਿਣ ਲੱਗੀ ਪਤੀ ਦੇਵ ਅੱਜ ਵਾਰੀ ਤੁਹਾਡੀ ਹੈ ਦੀਵਾ ਬੰਦ ਕਰਨ ਦੀ, ਮੇਰੀ ਵਾਰੀ ਨਹੀਂ। ਹੁਣ ਪਤੀ ਬਹੁਤ ਜ਼ਿਆਦਾ ਆਲਸੀ ਸੀ। ਮੰਜੇ ਤੋਂ ਉੱਠ ਕੇ ਦੀਵਾ ਬੰਦ ਕਰਨਾ ਬਹੁਤ ਵੱਡਾ ਪਹਾੜ ਜਿੱਡਾ ਕੰਮ ਜਾਪ ਰਿਹਾ ਹੈ। ਤੇ ਕਹਿਣ ਲੱਗਾ ਹੇ ਮਾਤਾ ਕਿਰਪਾ ਕਰ, ਐਸੀ ਕੋਈ ਕਲਾ ਵਰਤਾਏ ਦੀਵਾ ਬੁਝ ਜਾਵੇ ਤੇ ਮੈਂ ਤੇਰੇ ਦਰਸ਼ਨ ਕਰਨ ਆਵਾਂਗਾ। ਕਹਿੰਦੇ ਇਹ ਉਹਨੇ ਬੇਨਤੀ ਕਰ ਦਿੱਤੀ। ਅਜੇ ਕੁਝ ਦੇਰ ਹੀ ਹੋਈ ਸੀ ਇਸ ਬੇਨਤੀ ਕੀਤੀ ਨੂੰ। ਕਹਿਣ ਲੱਗੇ ਇੱਕ ਬਹੁਤ ਵੱਡਾ ਪਤੰਗਾ ਆਇਆ, ਦੀਵੇ ਦੀ ਲਾਟ ਤੇ ਆ ਕੇ ਬੈਠਾ ਤੇ ਪਤੰਗਾ ਸੜ ਕੇ ਮਰ ਗਿਆ ਤੇ ਉਹਦੇ ਨਾਲ ਦੀਵਾ ਵੀ ਬੁਝ ਗਿਆ। ਜਦੋਂ ਦੀਵਾ ਬੁਝਿਆ ਤੇ ਪਤਨੀ ਨੇ ਰੌਲਾ ਪਾਉਣਾ ਸ਼ੁਰੂ ਕਰ ਦਿੱਤਾ। ਕਹਿਣ ਲੱਗੀ ਹੁਣ ਤੁਸੀਂ ਸੁਖਣਾ ਸੁਖ ਲਈ ਇਹ ਬੇਨਤੀ ਕੀਤੀ ਕਿ ਦੀਵਾ ਬੁਝੇ ਤੇ ਮੈਂ ਤੇਰੇ ਦਰਸ਼ਨ ਕਰਨ ਆਵਾਂ। ਦੀਵਾ ਬੁਝ ਗਿਆ, ਤੁਹਾਡੀ ਬੇਨਤੀ ਸਵੀਕਾਰ ਹੋ ਗਈ ਹੈ। ਹੁਣ ਤੁਸੀਂ ਦੇਵੀ ਦੇ ਦਰਸ਼ਨ ਕਰਨ ਵਾਸਤੇ ਪਹਾੜਾਂ ਵਿੱਚ ਜਾਓਗੇ ਤੇ ਨਾਲ ਮੈਨੂੰ ਵੀ ਉੱਥੇ ਘੜੀਸੀ ਫਿਰੋਗੇ। ਜਦੋਂ ਉਹਨੇ ਇਸ ਤਰ੍ਹਾਂ ਰੌਲਾ ਪਾਉਣਾ ਸ਼ੁਰੂ ਕਰ ਦਿੱਤਾ ਤੇ ਪਤੀ ਕਹਿਣ ਲੱਗਾ ਰੌਲਾ ਕਿਉਂ ਪਾਉਣੀ ਹੈ, ਚਿੰਤਾ ਦੀ ਲੋੜ ਨਹੀਂ,
ਦੇਵੀ ਜਾਣਦੀ ਸਾਰਾ ਕੁਝ। ਜਿਹੜਾ ਉਹਦਾ ਭਗਤ ਉੱਠ ਕੇ ਆਪਣਾ ਦੀਵਾ ਨਹੀਂ ਬੁਝਾ ਸਕਦਾ, ਉਹ ਦਰਸ਼ਨ ਕਰਨ ਵਾਸਤੇ ਕੀ ਆਏਗਾ। ਕਹਿਣ ਲੱਗਾ ਆਪਾਂ ਦੇਵੀ ਦੇ ਦਰਸ਼ਨ ਕਰਨ ਨਹੀਂ ਜਾਣਾ, ਆਪਾਂ ਤੇ ਉਸ ਪਤੰਗੇ ਦੇ ਦਰਸ਼ਨ ਕਰ ਲਾਂਗੇ ਜਿਹਨੇ ਦੀਵਾ ਬੰਦ ਕੀਤਾ ਹੈ, ਉਹ ਸੜ ਕੇ ਆਪਣੀ ਮੰਜੀ ਦੇ ਕਿਤੇ ਨੇੜੇ ਡਿੱਗਿਆ ਹੋਏਗਾ। ਸੋ ਇਸ ਤਰ੍ਹਾਂ ਦੇ ਆਲਸੀ ਜਿਹੜੇ ਮਨੁੱਖ ਨੇ, ਹਜੂਰ ਕਹਿਣ ਲੱਗੇ ਰੱਬੀ ਬਖਸ਼ਿਸ਼ਾਂ ਤੋਂ ਵਾਂਝੇ ਰਹਿ ਜਾਂਦੇ ਨੇ। ਪਰ ਸਾਧ ਸੰਗਤ ਆਲਸੀ ਬੰਦੇ ਵੀ ਦੋ ਤਰ੍ਹਾਂ ਦੇ ਨੇ। ਆਲਸ ਜਿਹੜਾ ਹੈ, ਇੱਕ ਤੇ ਮਨੁੱਖ ਟੋਟਲ ਹੀ ਆਲਸੀ ਹੈ, ਕੋਈ ਵੀ ਕੰਮ ਜਿਹੜਾ ਉਦਮ ਨਾਲ ਨਹੀਂ ਕਰਦਾ। ਪਰ ਇੱਕ ਮਨੁੱਖ ਐਸੇ ਵੀ ਨੇ ਜਿਹੜੇ ਚੰਗੇ ਕਰਮ ਕਰਨ ਲੱਗਿਆਂ ਆਲਸ ਕਰਦੇ ਨੇ, ਪਰ ਮਾੜਾ ਕੰਮ ਕਰਨ ਲੱਗਿਆਂ ਆਲਸ ਨਹੀਂ ਕਰਦੇ। ਉਹਨਾਂ ਦਾ ਜ਼ਿਕਰ ਹਜੂਰ ਨੇ ਬਾਣੀ ਵਿੱਚ ਕੀਤਾ। ਮਹਾਰਾਜ ਕਹਿਣ ਲੱਗੇ ਚਿਤਵਤ ਪਾਪ ਨਾ ਆਲਕ ਆਵੇ। ਜਦੋਂ ਪਾਪ ਦੀਆਂ ਗੱਲਾਂ ਬਾਤਾਂ ਕਰਨੀਆਂ ਹੋਣ, ਕਿਸੇ ਮਾੜੇ ਕੰਮ ਨੂੰ ਅੰਜਾਮ ਦੇਣਾ ਹੋਵੇ, ਬਿਲਕੁਲ ਬੰਦਾ ਆਲਸ ਨਹੀਂ ਕਰਦਾ। ਚਿਤਵਤ ਪਾਪ ਨਾ ਆਲਕ ਆਵੇ, ਬੇਸਵਾ ਭਜਤ ਕਿਛ ਨਹਿ ਸ਼ਰਮਾਵੇ। ਕਹਿੰਦੇ ਵੇਸਵਾ ਦੇ ਦਰ ਤੇ ਜਾਣਾ ਹੋਵੇ ਤੇ ਬਿਲਕੁਲ ਬੰਦਾ ਆਲਸ ਨਹੀਂ ਕਰਦਾ, ਉਦਮੀ ਬਣ ਜਾਂਦਾ ਹੈ। ਕਹਿੰਦੇ ਉਸ ਸਮੇਂ ਬਿਲਕੁਲ ਵੀ ਸ਼ਰਮ ਨਹੀਂ ਇਹਨੂੰ ਆਉਂਦੀ। ਸਾਰੋ ਦਿਨ ਮਜ਼ਦੂਰੀ ਕਰੇ। ਕਹਿੰਦੇ ਆਪਣੇ ਕੰਮਾਂ ਦੀ ਲੋੜਾਂ ਦੀ ਖਾਤਰ ਸਾਰਾ ਦਿਨ ਮਿਹਨਤ ਮਜ਼ਦੂਰੀ ਕਰਦਾ ਬੰਦਾ ਭੱਜ ਭੱਜ ਕੇ, ਪਰ ਉਸ ਵੇਲੇ ਆਲਸੀ ਹੋ ਜਾਂਦਾ ਹੈ। ਜਿਸ ਵੇਲੇ ਪਰਮੇਸ਼ਰ ਦੀ ਬੰਦਗੀ ਵਿੱਚ ਜੁੜਨ ਦਾ ਸਮਾਂ ਹੁੰਦਾ ਹੈ, ਸਾਰੋ ਦਿਨ ਮਜ਼ਦੂਰੀ ਕਰੇ, ਹਰ ਸਿਮਰਨ ਕੀ ਵੇਲਾ ਬੱਜਰ ਸਿਰ ਪਰੈ। ਜਦੋਂ ਵੇਲਾ ਆਇਆ ਸਿਮਰਨ ਦਾ, ਉਦੋਂ ਇਉਂ ਮਾਨੋ ਇਹਦੇ ਸਿਰ ਤੇ ਬਹੁਤ ਜ਼ਿਆਦਾ ਬੋਝ ਪੈ ਗਿਆ, ਆਲਸੀ ਹੋ ਗਿਆ। ਕਹਿੰਦਾ ਮੇਰੇ ਕੋਲੋਂ ਨਹੀਂ ਉੱਠਿਆ ਜਾਣਾ, ਮੇਰੇ ਕੋਲੋਂ ਨਹੀਂ ਉੱਠਿਆ ਜਾਣਾ, ਮੈਂ ਸਤ ਸੰਗਤ ਦੇ ਵਿੱਚ ਨਹੀਂ ਜਾ ਸਕਦਾ। ਤੇ ਮਹਾਰਾਜ ਨੇ ਆਖਿਆ ਐਸੇ ਮਨੁੱਖ ਰੱਬੀ ਬਖਸ਼ਿਸ਼ਾਂ ਤੋਂ ਵਾਂਝੇ ਰਹਿ ਜਾਂਦੇ ਨੇ, ਜਿਹੜੇ ਪਾਪ ਕਰਮ ਕਰਨ ਲੱਗਿਆਂ ਉਦਮੀ ਬਣਦੇ ਨੇ, ਪਰ ਪੁੰਨ ਕਰਮ ਕਰਨ ਲੱਗਿਆਂ, ਨੇਕੀ ਦੇ ਕਰਮ ਕਰਨ ਲੱਗਿਆਂ ਆਲਸ ਕਰਦੇ ਨੇ। ਭਾਈ ਸਾਹਿਬ ਭਾਈ ਗੁਰਦਾਸ ਜੀ ਨੇ ਐਸੇ ਮਨੁੱਖਾਂ ਦਾ ਜ਼ਿਕਰ ਵੀ ਕੀਤਾ। ਭਾਈ ਸਾਹਿਬ ਕਹਿੰਦੇ ਨੇ ਜੈਸੇ ਪਰਦਾਰਾ ਕੋ ਦਰਸ਼ ਦ੍ਰਿਗ ਦੇਖਿਓ ਚਾਹੈ, ਤੈਸੇ ਗੁਰ ਦਰਸ਼ਨ ਦੇਖਤ ਹੈ ਨਾ ਚਾਹ ਕੈ। ਜੈਸੇ ਪਰ ਨਿੰਦਾ ਸੁਣੇ ਸਾਵਧਾਨ ਸੁਰਤ ਕੈ, ਤੈਸੇ ਗੁਰ ਸ਼ਬਦ ਨਾ ਸੁਣੇ ਉਤਸ਼ਾਹ ਕੈ। ਜੈਸੇ ਪਰ ਦਰਬ ਹਰਨ ਕੋ ਚਰਨ ਧਾਵੇ, ਤੈਸੇ ਕੀਰਤਨ ਸਾਧ ਸੰਗਤ ਨਾ ਉਮਾ ਕੈ। ਹੁਣ ਉਦਮ ਤੇ ਕਰ ਰਿਹਾ ਹੈ, ਪੈਰ ਤੇ ਬੜੇ ਕਾਲੀ ਕਾਲੀ ਚੱਲ ਰਹੇ ਨੇ, ਪਰ ਜਾਂਦਾ ਕਿੱਧਰ ਹੈ। ਕਹਿੰਦੇ ਪਰਾਇਆ ਧਨ ਚੋਰੀ ਕਰਨਾ ਹੈ, ਕੋਈ ਹੋਰ ਮਾੜਾ ਕਰਮ ਕਰਨਾ ਹੈ, ਉਧਰ ਕਹਿੰਦੇ ਬੜੀ ਕਾਲੀ ਕਾਲੀ ਭੱਜਾ ਹੀ ਜਾਏਗਾ। ਪਰ ਜਿੱਥੇ ਸਾਧ ਸੰਗਤ ਵੱਲ ਜਾਣ ਦੀ ਗੱਲ ਹੋਵੇ, ਉਧਰ ਇਹਦੇ ਕਦਮ ਉਹਨੇ ਕਾਲੇ ਨਹੀਂ ਚੱਲਦੇ। ਜਿੰਨੇ ਧਿਆਨ ਦੇ ਨਾਲ ਪਰਾਈ ਨਿੰਦਿਆ ਚੁਗਲੀ ਸੁਣਦਾ ਏ, ਉਹਨੇ ਧਿਆਨ ਦੇ ਨਾਲ ਕਦੇ ਗੁਰਬਾਣੀ ਨਹੀਂ ਸੁਣੀ, ਗੁਰੂ ਸ਼ਬਦ ਨਹੀਂ ਸੁਣਿਆ। ਜਿੰਨੇ ਧਿਆਨ ਦੇ ਨਾਲ ਪਰਾਇਆ ਰੂਪ ਤੱਕਦਾ ਏ, ਭਾਈ ਸਾਹਿਬ ਕਹਿੰਦੇ ਉਹਨੇ ਧਿਆਨ ਦੇ ਨਾਲ ਇਹਨੇ ਗੁਰੂ ਕੇ ਦਰਸ਼ਨ ਨਹੀਂ ਕਦੇ ਕੀਤੇ। ਇਹਦੀ ਹਾਲਤ ਉੱਲੂ ਵਰਗੀ, ਕਾਂ ਵਰਗੀ ਤੇ ਸੱਪ ਵਰਗੀ ਬਣੀ ਹੋਈ ਹੈ, ਜਿਹੜੇ ਚਾਹ ਕੇ ਵੀ ਮਾੜੇ ਕੰਮਾਂ ਤੋਂ ਉਹਨਾਂ ਦਾ ਖਹਿੜਾ ਨਹੀਂ ਛੁੱਟਦਾ। ਉੱਲੂ ਕਾਗ ਨਾਗ ਧਿਆਨ ਖਾਣ ਪਾਣ ਕਉ ਨਹੀਂ ਜਾਣੈ, ਊਚ ਪਦ ਪਾਵੇ ਨਹੀਂ ਨੀਚ ਪਦ ਗਾਹ ਕੈ। ਕਹਿੰਦੇ ਮਨੁੱਖ ਦੀ ਹਾਲਤ ਵੀ ਉੱਲੂ ਵਰਗੀ ਹੈ, ਜਿਹਨੂੰ ਦਿਨ ਦਾ ਉਜਾਲਾ ਚੰਗਾ ਨਹੀਂ ਲੱਗਦਾ। ਇਹਦੀ ਹਾਲਤ ਕਾਂ ਵਰਗੀ ਬਣੀ ਹੋਈ ਹੈ, ਜਿਹੜਾ ਗੰਦਗੀ ਵਿੱਚ ਉਂਝਾਂ ਮਾਰ ਕੇ ਖੁਸ਼ ਰਹਿੰਦਾ ਹੈ। ਇਹਦੀ ਹਾਲਤ ਸੱਪ ਵਰਗੀ ਬਣ ਚੁੱਕੀ ਹੈ, ਜਿਹੜਾ ਦੁੱਧ ਪੀਂਦਿਆਂ ਹੋਇਆਂ ਵੀ ਮੁੱਖੋਂ ਜ਼ਹਿਰ ਹੀ ਸੁੱਟਦਾ ਹੈ। ਇਸ ਕਰਕੇ ਭਾਈ ਗੁਰਦਾਸ ਜੀ ਨੇ ਮਨੁੱਖ ਦੀ ਗੱਲ ਕਰਦਿਆਂ ਹੋਏ ਆਖਿਆ, ਉਦਮ ਤੇ ਕਰਦਾ ਪਰ ਮਾੜੇ ਪਾਸੇ ਨੂੰ ਛੇਤੀ ਭੱਜਦਾ ਹੈ, ਸੰਗਤ ਵਿੱਚ ਆਉਣ ਲਈ ਕਾਹਲਾ ਨਹੀਂ ਪੈਂਦਾ। ਤੇ ਮਹਾਰਾਜ ਨੇ ਆਖਿਆ ਉਦਮ ਕਰਨਾ ਹੈ ਸਤ ਸੰਗਤ ਦੇ ਵਿੱਚ ਆਉਣ ਦਾ,
ਉਦਮ ਕਰਤ ਸ਼ੀਤਲ ਮਨ ਭਏ। ਜਦੋਂ ਉਦਮ ਕਰਕੇ ਉਪਰਾਲਾ ਕਰਕੇ ਸਤ ਸੰਗਤ ਦੇ ਵਿੱਚ ਆਏਗਾ ਤੇ ਮਹਾਰਾਜ ਕਹਿਣ ਲੱਗੇ ਫਿਰ ਤੈਨੂੰ ਜ਼ਿੰਦਗੀ ਦਾ ਮਕਸਦ ਪ੍ਰਾਪਤ ਹੋਏਗਾ, ਤੇਰੇ ਮਨ ਨੂੰ ਸੁਖ ਆਨੰਦ ਮਿਲੇਗਾ। ਮਾਰਗ ਚਲਤ ਸਗਲ ਦੁੱਖ ਗਏ। ਕਹਿੰਦੇ ਗੁਰੂ ਸਾਹਿਬ ਦੇ ਦਰਸਾਏ ਮਾਰਗ ਤੇ ਚਲਦਿਆਂ ਹੋਇਆਂ, ਪ੍ਰਭੂ ਦੇ ਦੱਸੇ ਮਾਰਗ ਤੇ ਚਲਦਿਆਂ ਹੋਇਆਂ ਦੁੱਖ ਦੂਰ ਹੋਣਗੇ, ਜ਼ਿੰਦਗੀ ਦੇ ਵਿੱਚ ਸੁੱਖ ਆਉਣਗੇ। ਗੁਰ ਸਿੱਖ ਮੀਤ ਚੱਲੋ ਗੁਰ ਚਾਲੀ, ਜੋ ਗੁਰ ਕਹੇ ਸੋਈ ਪਲ ਮਾਨੋ ਹਰ ਹਰ ਕਥਾ ਨਿਰਾਲੀ। ਕਿਤੇ ਹਜੂਰ ਕਹਿੰਦੇ ਨੇ ਚਰਨ ਚਲੋ ਮਾਰਗ ਗੋਬਿੰਦ, ਮਿਟੇ ਪਾਪ ਜਪੀਏ ਹਰ ਬਿੰਦ। ਕਹਿੰਦੇ ਹੈ ਮੇਰੇ ਚਰਨ ਹੈ ਪੈਰ, ਤੂੰ ਉਸ ਰਸਤੇ ਤੇ ਤੁਰ ਜਿੱਥੇ ਗੁਰੂ ਤੈਨੂੰ ਪ੍ਰੇਰਨਾ ਦੇ ਰਿਹਾ ਹੈ। ਤੇ ਜਦੋਂ ਉਸ ਰਸਤੇ ਤੇ ਪੈਰ ਚੱਲਣਗੇ ਫਿਰ ਜ਼ਿੰਦਗੀ ਦੇ ਵਿੱਚ ਸੁੱਖ ਆਵੇਗਾ। ਸਗਲ ਉਦਮ ਮੈਂ ਉਦਮ ਭਲਾ, ਹਰ ਕਾ ਨਾਮ ਜਪੋ ਜੀ ਸਦਾ। ਇਹ ਬਹੁਤ ਚੰਗਾ ਉਦਮ ਹੈ ਪ੍ਰਭੂ ਦੀ ਬੰਦਗੀ ਵਿੱਚ ਜੁੜੇ ਰਹਿਣਾ। ਨਾਮ ਜਪਤ ਮਨ ਭੈ ਆਨੰਦ, ਰਸ ਗਾਏ ਗੁਣ ਪਰਮਾਨੰਦ। ਕਹਿੰਦੇ ਪਰਮੇਸ਼ਰ ਦੇ ਨਾਮ ਦੇ ਵਿੱਚ ਜੁੜ ਕੇ ਆਨੰਦ ਪ੍ਰਾਪਤ ਹੋਇਆ ਤੇ ਸਦੀਵ ਉਸ ਆਨੰਦ ਦੀ ਪ੍ਰਾਪਤੀ ਵਾਸਤੇ ਉਸ ਪਰਮੇਸ਼ਰ ਦੇ ਗੁਣ ਸਦੀਵ ਅਸੀਂ ਗਾਉਂਦੇ ਰਹਿੰਦੇ ਹਾਂ, ਜਿਹਦੀ ਮਿਹਰ ਦੇ ਨਾਲ ਪਰਮ ਆਨੰਦ ਦੀ ਪ੍ਰਾਪਤੀ ਹੁੰਦੀ ਹੈ। ਮਹਾ ਸੁਖ ਜੀ ਦੀ ਕਿਰਪਾ ਦੇ ਨਾਲ ਮਿਲਦੇ ਨੇ। ਉਹਦੇ ਗੁਣ ਗਾਉਂਦਿਆਂ ਸਦਾ ਹੀ ਆਨੰਦ ਬਣਿਆ ਰਹਿੰਦਾ ਹੈ। ਨੇਤਰ ਪੁਨੀਤ ਪੇਖਤ ਹੀ ਦਰਸ਼। ਕਹਿਣ ਲੱਗੇ ਸਾਡੇ ਨੇਤਰ ਜਿਹੜੇ ਨੇ, ਪੁਨੀਤ ਦਾ ਅਰਥ ਹੈ ਪਵਿੱਤਰ ਹੋ ਜਾਣੇ। ਸਾਡੇ ਨੇਤਰ ਪਵਿੱਤਰ ਹੋ ਗਏ ਜਦੋਂ ਅਸੀਂ ਸਾਧ ਸੰਗਤ ਵਿੱਚ ਜੁੜਨ ਦਾ ਉਦਮ ਕੀਤਾ, ਉਪਰਾਲਾ ਕੀਤਾ ਤੇ ਵਿੱਚ ਸੰਗਤ ਹਰ ਪ੍ਰਭ ਵਸੇ ਜੀਓ। ਸੰਗਤ ਵਿੱਚੋਂ ਪ੍ਰਭੂ ਦੇ ਦੀਦਾਰ ਪਾਏ। ਇਹ ਸਾਡੇ ਨੇਤਰ ਜਿਹੜੇ ਸਨ ਪੁਨੀਤ ਹੋ ਗਏ, ਪਵਿੱਤਰ ਹੋ ਗਏ। ਧਨ ਮਸਤਕ ਚਰਨ ਕਮਲ ਹੀ ਪਰਸ। ਮਸਤਕ ਕਹਿੰਦੇ ਸਾਧ ਸੰਗਤ ਮੱਥੇ ਨੂੰ, ਕਹਿੰਦੇ ਮੱਥਾ ਉਹ ਮਸਤਕ ਧਨ ਹੈ ਜਿਹੜਾ ਹਰੀ ਦੇ ਚਰਨ ਕਮਲਾਂ ਨਾਲ ਸਪਰਸ਼ ਕਰਦਾ ਹੈ। ਉਹ ਮੱਥਾ ਵੀ ਧਨ ਹੈ ਜਿਹੜਾ ਆ ਕੇ ਗੁਰੂ ਅੱਗੇ ਝੁਕਦਾ ਹੈ। ਉਹ ਸੀਸ ਪਵਿੱਤਰ ਬਣ ਜਾਂਦਾ ਹੈ। ਤੋ ਸਾਧ ਸੰਗਤ ਅੱਗੇ ਮਹਾਰਾਜ ਕਿਰਪਾ ਕਰਦੇ ਨੇ। ਗੋਬਿੰਦ ਕੀ ਟਹਿਲ ਸਫਲ ਇਹ ਕਾਇਆ। ਕਾਇਆ ਕਹਿੰਦੇ ਸਰੀਰ ਨੂੰ। ਕਹਿੰਦੇ ਗੋਬਿੰਦ ਦੀ ਟਹਿਲ ਕਰਦਿਆਂ, ਪ੍ਰਭੂ ਦੀ ਸੇਵਾ ਭਗਤੀ ਵਿੱਚ ਜੁੜਿਆਂ ਇਹ ਸਾਡਾ ਸਰੀਰ, ਇਹ ਕਾਇਆ ਜਿਹੜੀ ਹੈ ਇਹ ਵੀ ਸਫਲ ਹੁੰਦੀ ਹੈ। ਸੰਤ ਪ੍ਰਸਾਦ ਪਰਮ ਪਦ ਪਾਇਆ। ਤੇ ਸੰਤ ਤੋਂ ਭਾਵ ਹੈ ਗੁਰੂ। ਗੁਰੂ ਦੀ ਮਿਹਰ ਸਦਕਾ ਜਿੱਥੇ ਸੰਗਤ ਵਿੱਚ ਆ ਕੇ ਪ੍ਰਭੂ ਦੇ ਦਰਸ਼ਨ ਦੀਦਾਰ ਕਰਦਿਆਂ ਨੇਤਰ ਪੁਨੀਤ ਹੋ ਗਏ। ਮਸਤਕ ਜਿਹੜਾ ਸੀ ਵਡਭਾਗਾ ਬਣ ਗਿਆ। ਇਹ ਸਰੀਰ ਇਹ ਕਾਇਆ ਸਫਲੀ ਹੋ ਗਈ ਤੇ ਗੁਰੂ ਦੀ ਮਿਹਰ ਦੇ ਸਦਕਾ ਪਰਮ ਪਦ ਪਾਇਆ। ਪਰਮ ਪਦ ਦਾ ਭਾਵ ਹੈ ਆਨੰਦਮਈ ਉੱਚੀ ਆਤਮਿਕ ਅਵਸਥਾ ਦੀ ਪ੍ਰਾਪਤੀ ਹੋ ਜਾਣੀ। ਗੁਰੂ ਦੀ ਮਿਹਰ ਦੇ ਸਦਕਾ ਇਹ ਪ੍ਰਾਪਤੀ ਹੋਈ ਹੈ। ਜਨ ਕੀ ਕੀਨੀ ਆਪ ਸਹਾਏ। ਸੁਖ ਪਾਇਆ ਲਗ ਦਸਾਂ ਪਾਏ। ਜਨ ਕੀ ਕੀਨੀ ਆਪ ਸਹਾਏ। ਸਹਾਏ ਦਾ ਭਾਵ ਹੈ ਸਹਾਇਤਾ।
ਕਹਿੰਦੇ ਵਾਹਿਗੁਰੂ ਆਪਣੇ ਸੇਵਕਾਂ ਦੀ ਸਹਾਇਤਾ ਆਪ ਕਰਦਾ ਹੈ। ਜਿਹੜੇ ਸਤ ਸੰਗਤ ਵਿੱਚ ਜੁੜਨ ਦਾ ਉਦਮ ਉਪਰਾਲਾ ਕਰਦੇ, ਵਾਹਿਗੁਰੂ ਉਹਨਾਂ ਦਾ ਆਪ ਸਹਾਈ ਹੁੰਦਾ ਹੈ। ਜਿਹੜੇ ਅੰਮ੍ਰਿਤ ਵੇਲੇ ਉੱਠ ਕੇ ਜਾਗਦੇ ਨੇ, ਇਸ਼ਨਾਨ ਕਰਕੇ ਸੰਗਤ ਵਿੱਚ ਜੁੜਦੇ, ਇਹ ਉਦਮ ਕਰਦੇ, ਵਾਹਿਗੁਰੂ ਉਹਨਾਂ ਦਾ ਆਪ ਸਹਾਈ ਹੁੰਦਾ ਹੈ। ਸੁਖ ਪਾਇਆ ਲੱਗ ਦਾਸਾਂ ਪਾਏ, ਕਹਿੰਦੇ ਉਹ ਵਡਭਾਗੇ ਮਨੁੱਖ ਵਾਹਿਗੁਰੂ ਦੇ ਪਿਆਰਿਆਂ ਦੇ ਚਰਨੀ ਲੱਗ ਕੇ ਸੁਖ ਪ੍ਰਾਪਤ ਕਰਦੇ ਨੇ। ਆਪ ਗਿਆ ਤਾਂ ਆਪੇ ਭਏ, ਕਿਰਪਾ ਨਿਧਾਨ ਕੀ ਸ਼ਰਨੀ ਪਏ। ਕਹਿੰਦੇ ਜਦੋਂ ਸੰਗਤ ਵਿੱਚ ਜੁੜਨ ਦਾ ਉਦਮ ਕੀਤਾ ਤੇ ਕਿਰਪਾ ਹੋ ਗਈ। ਆਪ ਗਿਆ ਤਾਂ ਆਪੇ ਭਏ। ਆਪ ਗਿਆ, ਆਪ ਦਾ ਭਾਵ ਹੈ ਅੰਦਰੋਂ ਹਉਮੈ ਹੰਕਾਰ ਖਤਮ ਹੋ ਜਾਣਾ। ਆਪ ਗਿਆ ਤਾਂ ਆਪੇ ਭਏ। ਆਪੇ ਭਏ ਦਾ ਭਾਵ ਹੈ ਮਨੁੱਖ ਫਿਰ ਪਰਮੇਸ਼ਰ ਦਾ ਹੀ ਰੂਪ ਬਣ ਜਾਂਦਾ ਹੈ, ਪਰ ਉਨੀ ਦੇਰ ਨਹੀਂ ਬਣੇਗਾ ਜਿੰਨੀ ਦੇਰ ਇਹਦੇ ਅੰਦਰੋਂ ਆਪਾ ਭਾਵ ਖਤਮ ਨਹੀਂ ਹੁੰਦਾ। ਭਗਤ ਰਵਿਦਾਸ ਜੀ ਦੇ ਪਾਵਨ ਬਚਨ ਆਪਾਂ ਬਹੁਤ ਵਾਰ ਪੜ੍ਹੇ ਸੁਣੇ ਨੇ। ਭਗਤ ਜੀ ਕਹਿੰਦੇ, ਜਬ ਹਮ ਹੋਤੇ ਤਬ ਤੂੰ ਨਹੀਂ। ਬੜਾ ਪਿਆਰਾ ਨੁਕਤਾ ਉਹਨਾਂ ਨੇ ਸਾਂਝਾ ਕੀਤਾ। ਜਬ ਹਮ ਹੋਤੇ ਤਬ ਤੂੰ ਨਹੀਂ, ਅਬ ਤੂੰ ਹੀ ਮੈਂ ਨਹੀਂ। ਕਹਿਣ ਲੱਗੇ ਹੁਣ ਕੇਵਲ ਤੂੰ ਹੀ ਤੂੰ ਹੈ, ਮੈਂ ਨਾਂ ਦੀ ਕੋਈ ਚੀਜ਼ ਨਹੀਂ ਰਹੀ। ਇਸੇ ਨੂੰ ਹੀ ਭਗਤ ਕਬੀਰ ਸਾਹਿਬ ਨੇ ਆਪਣੇ ਸ਼ਬਦਾਂ ਵਿੱਚ ਬਿਆਨ ਕੀਤਾ। ਕਬੀਰ ਤੂੰ ਤੂੰ ਕਰਤਾ ਤੂੰ ਹੁਆ, ਮੁਝ में रहा न हूं, जब आपा पर का मिट गया, जत देखो तत तूं। ਕਹਿੰਦੇ ਹੁਣ ਮੈਂ ਜਿੱਧਰ ਵੀ ਵੇਖਦਾ ਹਾਂ ਤੇਰੀ ਦਰਸ਼ਨ ਹੁੰਦੇ ਨੇ। ਸਮਝ ਪੈ ਗਈ ਕਬੀਰ ਮੇਰਾ ਮੁਝ में किश नहीं, जो किश है सो तेरा, तेरा तुझको सौंपते क्या लागे मेरा। भगत जी कहते जब हम होते तब तू नाही, अब तू ही मैं नाही। अनल अगम जैसे लहर में ओदद, जल केवल जल माही। माधवे क्या कहिए भ्रम ऐसा, जैसा मानिए होए ना तैसा। जिवें पानी ते पानी दे विच उठियां होइयां लहरां, पानी दे विच बने होए बुलबुले ते झग, ਉਹ ਪਾਣੀ ਤੋਂ ਵੱਖਰੇ ਨਹੀਂ। ਕੇਵਲ ਹਵਾ ਚੱਲੀ ਤੇ ਹਵਾ ਨਾਲ ਲਹਿਰਾਂ ਬਣੀਆਂ ਤੇ ਲਹਿਰਾਂ ਦੇ ਨਾਲ ਫੇਨ ਬੁੱਧਬਦਾ ਜਿਹੜੇ ਸਨ ਝੱਗ ਬਣ ਗਈ। ਜਦੋਂ ਹਵਾ ਸ਼ਾਂਤ ਹੋ ਗਈ ਤੇ ਸਾਧ ਸੰਗਤ ਪਾਣੀ ਟਿਕਿਆ ਹੋਇਆ, ਹੁਣ ਕੋਈ ਲਹਿਰ ਨਹੀਂ, ਕੋਈ ਝੱਗ ਨਹੀਂ, ਬੁਲਬੁਲੇ ਨਹੀਂ ਬਣ ਰਹੇ, ਕੇਵਲ ਪਾਣੀ ਪਾਣੀ ਹੈ। ਇਸੇ ਤਰ੍ਹਾਂ ਇਸ ਸੰਸਾਰ ਦੇ ਅੰਦਰ ਜੋ ਕੁਝ ਵੀ ਹੈ ਇਹ ਨਿਰੰਕਾਰ ਦਾ ਰੂਪ ਹੈ। ਮਨੁੱਖ ਦੇ ਅੰਦਰ ਵੀ ਵਾਹਿਗੁਰੂ ਦਾ ਵਾਸਾ ਹੈ, ਪਰ ਜਿੰਨੀ ਦੇਰ ਹਉਮੈ ਕਰਕੇ ਭਰਮ ਬਣਿਆ ਰਹਿੰਦਾ ਹੈ ਕਿ ਮੈਂ ਕੋਈ ਵੱਖਰੀ ਹਸਤੀ ਹਾਂ, ਜਿੰਨੀ ਦੇਰ ਮੈਂ ਅੰਦਰ ਰਹਿੰਦੀ ਹੈ ਓਨੀ ਦੇਰ ਉਹ ਵਾਹਿਗੁਰੂ ਪ੍ਰਗਟ ਨਹੀਂ ਹੁੰਦਾ। ਆਪ ਗਿਆ ਤਾਂ ਆਪੇ ਭਏ। ਜਦੋਂ ਅੰਦਰੋਂ ਹਉਮੈ ਮੁੱਕ ਗਈ ਤੇ ਫਿਰ ਵਾਹਿਗੁਰੂ ਦਾ ਹੀ ਰੂਪ ਹੋ ਜਾਈਦਾ ਹੈ। ਮਨੁੱਖ ਦੀ ਯਾਤਰਾ ਜਿਹੜੀ ਹੈ ਮੈਂ ਤੋਂ ਸ਼ੁਰੂ ਹੋ ਕੇ ਤੇ ਤੂੰ ਤੇ ਮੁੱਕਣੀ ਸੀ। ਤੇ ਜਿਹੜੇ ਮਨੁੱਖ ਨੇ ਆਪਣੇ ਅੰਦਰੋਂ ਹਉਮੈ ਮੁਕਾ ਲਈ, ਮੈਂ ਮੁਕਾ ਲਈ, ਉਹਦੀ ਜੀਵਨ ਯਾਤਰਾ ਸਫਲ ਹੈ, ਉਹਦੀ ਸੰਸਾਰਿਕ ਯਾਤਰਾ ਸਫਲ ਹੈ, ਉਹਦੀ ਸੰਸਾਰਿਕ ਯਾਤਰਾ ਪੂਰੀ ਹੋ ਗਈ ਹੈ। ਕਿਰਪਾ ਨਿਧਾਨ ਕੀ ਸ਼ਰਨੀ ਪਏ। ਤੇ ਵੈਸੇ ਮਨੁੱਖ ਆਪਣੇ ਅੰਦਰੋਂ ਹਉਮੈ ਨੂੰ ਮੁਕਾ ਕੇ ਵਾਹਿਗੁਰੂ ਦੇ ਪਿਆਰਿਆਂ ਦੀ ਚਰਨ ਸ਼ਰਨ ਵਿੱਚ ਰਹਿੰਦੇ ਨੇ, ਪ੍ਰਭੂ ਦੀ ਕਿਰਪਾ ਨਿਧਾਨ ਦੀ ਸ਼ਰਨੀ ਸਦਾ ਪਏ ਰਹਿੰਦੇ ਹਨ।
ਜੋ ਚਾਹਤ ਸੋਈ ਜਬ ਪਾਇਆ। ਚਾਹਤ ਦਾ ਮਤਲਬ ਜਿਸ ਦੀ ਚਾਹਨਾ ਸੀ, ਜਿਸ ਦੀ ਇੱਛਾ ਸੀ। ਕਹਿਣ ਲੱਗੇ ਇਹੋ ਹੀ ਮਨ ਦੇ ਵਿੱਚ ਚਾਹਨਾ ਸੀ ਕਿ ਵਾਹਿਗੁਰੂ ਪਰਮੇਸ਼ਰ ਦੇ ਦਰਸ਼ਨ ਦਿਦਾਰੇ ਹੋਣ, ਉਹਦਾ ਮਿਲਾਪ ਹੋਵੇ। ਇਹੋ ਚਾਹਨਾ ਸੀ ਮਨ ਦੇ ਅੰਦਰ। ਜਦੋਂ ਸੰਗਤ ਵਿੱਚ ਜੁੜਨ ਦਾ ਉਦਮ ਕੀਤਾ, ਗੁਰੂ ਦੀ ਮਿਹਰ ਦੇ ਸਦਕਾ ਜਿਸ ਦੀ ਚਾਹਨਾ ਸੀ, ਜਦੋਂ ਉਹ ਵਾਹਿਗੁਰੂ ਪਿਆਰਾ ਮਿਲ ਪਿਆ, ਜੋ ਚਾਹਤ ਸੋਈ ਜਬ ਪਾਇਆ। ਕਹਿੰਦੇ ਜਦੋਂ ਉਹ ਵਾਹਿਗੁਰੂ ਹੀ ਮਿਲ ਪਿਆ, ਤਬ ਢੂੰਡਣ ਕਹਾਂ ਕੋ ਜਾਇਆ। ਢੂੰਡਣ ਦਾ ਅਰਥ ਹੈ ਲੱਭਣਾ। ਕਹਿੰਦੇ ਹੁਣ ਕੀ ਲੋੜ ਹੈ ਉਹਨੂੰ ਜੰਗਲਾਂ ਬੇਲਿਆਂ ਵਿੱਚ ਲੱਭਣ ਦੀ, ਘਰ-ਬਾਰ ਛੱਡਣ ਦੀ ਕੋਈ ਲੋੜ ਨਹੀਂ, ਕਿਤੇ ਬਾਹਰ ਭਟਕਣ ਦੀ। ਭਗਤ ਜੀ ਦੇ ਪਾਵਨ ਬਚਨ ਨੇ, ਭਗਤ ਰਾਮਾਨੰਦ ਜੀ ਦੇ। ਕਹਿਣ ਲੱਗੇ ਜਿੰਨੀ ਦੇਰ ਸਮਝ ਨਹੀਂ ਲੱਗੀ ਓਨੀ ਦੇਰ ਬੜਾ ਭਟਕਦੇ ਰਹੇ ਹਾਂ, ਪਰ ਹੁਣ ਸਮਝ ਪੈ ਗਈ ਹੈ, ਹੁਣ ਭਟਕਣਾ ਮੁੱਕ ਗਈ ਹੈ, ਹੁਣ ਅੰਤਰਾਤਮੇ ਟਿਕੇ ਰਹਿੰਦੇ ਹਾਂ। ਜਿਸ ਗੱਲ ਦਾ ਜ਼ਿਕਰ ਹਜੂਰ ਨੇ ਕੀਤਾ ਸੀ, ਥਿਰ ਕਰ ਬੈਸੋ ਹਰ ਜਨ ਪਿਆਰੇ, ਸਤਿਗੁਰ ਤੁਮਰੇ ਕਾਜ ਸਵਾਰੇ। ਕਹਿੰਦੇ ਬਹੁਤ ਭਟਕ ਕੇ ਵੇਖ ਲਿਆ, ਪਰ ਹੁਣ ਨਹੀਂ ਭਟਕਣਾ। ਹੁਣ ਮਨ ਜਿਹੜਾ ਟਿਕਿਆ ਹੋਇਆ ਹੈ। ਤੇ ਬੜੇ ਪਿਆਰੇ ਬਚਨ ਉਹਨਾਂ ਦੇ, ਕਤ ਜਾਈਏ ਰੇ ਘਰ ਲਾਗੋ ਰੰਗ, ਮੇਰਾ ਚਿੱਤ ਨਾ ਚੱਲੇ ਮਨ ਭਇਓ ਪੰਗ। ਕਹਿੰਦੇ ਮੇਰਾ ਮਨ ਤੇ ਪਿੰਗਲਾ ਹੋ ਗਿਆ, ਹੁਣ ਉਹ ਬਾਹਰ ਕਿਤੇ ਜਾਂਦਾ ਹੀ ਨਹੀਂ। ਕਹਿੰਦੇ ਜਾਈਏ ਵੀ ਕਿੱਥੇ, ਹਿਰਦੇ ਘਰ ਵਿੱਚ ਹੀ ਆਨੰਦ ਬਣਿਆ ਹੋਇਆ। ਕਤ ਜਾਈਏ ਰੇ ਘਰ ਲਾਗੋ ਰੰਗ, ਮੇਰਾ ਚਿੱਤ ਨਾ ਚਲੇ ਮਨ ਭਇਓ ਪੰਗ। ਏਕ ਦਿਵਸ ਮਨ ਭਈ ਉਮੰਗ, ਕਸ ਚੰਦਨ ਚੋਆ ਬਹੁਤ ਸੁਗੰਧ। ਪੂਜਨ ਚਾਲੀ ਬ੍ਰਹਮ ਠਾਏ, ਸੋ ਬ੍ਰਹਮ ਬਤਾਇਓ ਗੁਰ ਮਨ ਹੀ ਮਾਹੇ। ਕਹਿਣ ਲੱਗੇ ਜਿਸ ਪਰਮੇਸ਼ਰ ਦੀ ਇਬਾਦਤ ਵਾਸਤੇ